ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੰਦੇ ਆ ਕਿ ਅਜਨਾਲੇ ਦੇ ਘਟਨਾਕ੍ਰਮ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਊਗੀ। ਹੁਣ ਉਹ ਕਾਰਵਾਈ ਜੇ ਦੇਖਿਆ ਜਾਵੇ ਸੰਕੇਤ ਇਹ ਆ ਕਿ ਕੋਈ ਗ੍ਰਿਫਤਾਰੀ ਹੋਵੇਗੀ। ਗ੍ਰਿਫਤਾਰੀ ਇਰਾਦਾ ਕਤਲ ਥੱਲੇ ਹੋਊਗੀ, ਥਾਣੇ ਤੇ ਕਬਜ਼ਾ ਕਰਨ ਨਾਲ ਸੰਬੰਧਿਤ ਹੋਊਗੀ। ਇਹ ਸਾਰੇ ਮਾਮਲੇ ਕੀ ਇਹ ਅੱਗੇ ਵਧ ਰਿਹਾ, ਉਹਨਾਂ ਨੇ ਤਾਂ ਸੰਕੇਤ ਮਾਤਰ ਗੱਲ ਕੀਤੀ, ਇਹਦੇ ਅਰਥ ਤਾਂ ਐਵੇਂ ਨਿਕਲਦੇ ਆ। ਔਰ ਇਹਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਸੇ ਪ੍ਰਦਰਸ਼ਨਾਂ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਣ ਸੰਬੰਧੀ ਇੱਕ ਬੜਾ ਵਿੱਚ ਵਿਚਾਲੇ ਵਾਲਾ ਬਿਆਨ ਦਿੱਤਾ। ਥੋੜੀ ਜਿਹੀ ਅੱਗੇ ਜਾ ਕੇ ਤੁਹਾਨੂੰ ਜਾਣਕਾਰੀ ਦਿੰਨੇ ਆ। ਬਰਖਾਸਤ ਡੀਐਸਪੀ ਬਲਵਿੰਦਰ ਸੇਖੋਂ ਨੂੰ 6 ਮਹੀਨੇ ਦੀ ਸਜ਼ਾ ਕਰਕੇ ਜੇਲ੍ਹ ਭੇਜਤਾ, 2000 ਜੁਰਮਾਨਾ ਲਾਤਾ। ਉਹਨਾਂ ਦੇ ਨਾਲ ਪ੍ਰਦੀਪ ਸ਼ਰਮਾ ਵੀ ਨੇ। ਇਸ ਸਬੰਧ ਦੇ ਵਿੱਚ ਜੋ ਤੋਂ ਲੈ ਕੇ ਸਜ਼ਾ ਹੋਣ ਤੱਕ ਵਾਪਰੀਆਂ ਚੀਜ਼ਾਂ, ਉਹਨਾਂ ਨਾਲ ਸਰਦਾਰ ਹਮੀਰ ਸਿੰਘ ਤੁਹਾਡੀ ਸਾਂਝ ਪਾਉਣਗੇ। ਕਿਵੇਂ ਅੰਬ ਸਾਹਿਬ ਬੰਦੇ ਇਕੱਠੇ ਹੁੰਦੇ ਆ, ਹਾਈ ਕੋਰਟ ਦੇ ਵਿੱਚ ਕਿਵੇਂ ਲੋਕਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਏਰੀਆ, ਇਹਨਾਂ ਨੇ ਵਕੀਲ ਨਹੀਂ ਲਏ ਔਰ ਉਸ ਤੋਂ ਬਾਅਦ ਹਰ ਚੀਜ਼ ਨੂੰ ਮੰਨਣ ਤੋਂ ਬਾਅਦ ਤੁਰੰਤ ਸਜ਼ਾ ਇਹਨਾਂ ਨੂੰ ਸੁਣਾਈ ਗਈ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਮਾਮਲਾ ਬਹੁਤ ਸੰਵੇਦਨਸ਼ੀਲ ਹੋ ਗਿਆ। ਅੰਮ੍ਰਿਤਪਾਲ ਸਿੰਘ ਨੇ ਅਜਨਾਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਜਾ ਕੇ ਆਪਣਾ ਬੰਦਾ ਤਾਂ ਛਡਾ ਲਿਆ। ਪ੍ਰੈਸ਼ਰ ਬਹੁਤ ਬਣ ਗਿਆ ਸੀ, ਪੁਲਿਸ ਡਿਫੈਂਸਿਵ ਹੋ ਗਈ, ਸਰਕਾਰ ਬੁਰੀ ਤਰ੍ਹਾਂ ਅਸਫਲ ਹੋਈ, ਇੰਟੈਲੀਜੈਂਸ ਦਾ ਫੇਲੀਅਰ ਮੰਨਿਆ ਜਾ ਰਿਹਾ। ਉਹ ਸਾਰੀਆਂ ਹੁਣ ਗੱਲਾਂ ਜੱਗ ਜਾ ਰਹੇ, ਇਹਨਾਂ ਤੇ ਬਹੁਤਾ ਬੋਲਣ ਦੀ ਲੋੜ ਨਹੀਂ। ਪਰ ਜਿਸ ਤਰ੍ਹਾਂ ਡੀਜੀਪੀ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਅਸੀਂ ਕਾਰਵਾਈ ਕਰਾਂਗੇ, ਇਹਦਾ ਮਤਲਬ ਹੈ ਕਿ ਜੋ ਬੜਾ ਸਹਿਜ ਮੰਨਿਆ ਜਾ ਰਿਹਾ ਸੀ ਕਿ ਬੰਦੇ ਆਏ, ਉਹਨਾਂ ਨੇ ਬੈਰੀਕੇਡਿੰਗ ਨੂੰ ਉਲੰਘਿਆ, ਅੰਦਰ ਜਾ ਕੇ ਥਾਣੇ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ, ਰਹਿਰਾ ਸਾਹਿਬ ਦੇ ਪਾਠ ਕੀਤੇ। ਇੱਕ ਲਫ਼ਜ਼ਾਂ ਦੇ ਵਿੱਚ ਇਹਨੂੰ ਕਬਜ਼ਾ ਕਿਹਾ ਗਿਆ, ਦੂਜੇ ਦੇ ਵਿੱਚ ਕਿਹਾ ਗਿਆ ਜੀ ਬੜਾ ਸਹਿਜ ਵਰਤਾਰਾ ਹੈ, ਤੇ ਉਸ ਤੋਂ ਬਾਅਦ ਆਪਣਾ ਬੰਦਾ ਛਡਾ ਕੇ ਉਹ ਆਪਣੇ ਆਪ 'ਚ ਸੁਰਖਰੂ ਫੀਲ ਕਰਦੇ ਆ। ਇੱਕ ਸਾਰੀ ਸਟੇਟ ਦੇ ਵਿੱਚ ਵੱਖਰੀ ਤਰ੍ਹਾਂ ਦੀ ਪਰਸੈਪਸ਼ਨ ਬਣੀ। ਹੁਣ ਇਹਦੇ 'ਚ ਡੀਜੀਪੀ ਦੇ ਇਹ ਲਫ਼ਜ਼ ਅੱਖਰ ਅੱਖਰ ਜਿਹੜੇ ਤੁਸੀਂ ਬੜੇ ਧਿਆਨ ਨਾਲ ਨੀਝ ਨਾਲ ਸੁਣੇ ਨੇ, ਹੁਣ ਇਹਦੇ ਤੋਂ ਬਾਅਦ ਅੱਗੇ ਕੀ ਹੋਣ ਵਾਲਾ? ਪਰਚਾ ਦਰਜ ਹੋਊਗਾ, ਗ੍ਰਿਫਤਾਰੀਆਂ ਹੋਣਗੀਆਂ, ਧਾਰਾਵਾਂ ਲੱਗਣਗੀਆਂ, ਸਖਤ ਲੱਗਣਗੀਆਂ, ਪੁਲਿਸ ਦੇ ਮਨੋਬਲ ਤੇ ਪਏ ਅਸਰ ਨੂੰ ਚੁੱਕਣ ਦਾ ਯਤਨ ਕਰੂਗੀ ਪੁਲਿਸ, ਜਾਂ ਫਿਰ ਇੱਕ ਮੈਸੇਜ ਸਟੇਟ ਨੂੰ ਦੇਣ ਲਈ ਕੋਈ ਕਾਰਵਾਈ ਅਨਸਰ ਦੀ ਲੋੜ 'ਚ ਬਣ ਗਈ ਹੈ, ਤਬਦੀਲ ਹੋ ਗਈ ਹੈ। ਜਿਹੜਾ ਮਾਮਲਾ ਕੱਲ ਦਾ ਮਤਲਬ ਆਪਣੇ ਸਾਹਮਣੇ ਦਿਖਾਈ ਦੇ ਰਿਹਾ ਅੰਮ੍ਰਿਤਪਾਲ ਦਾ ਮਾਮਲਾ, ਔਰ ਕੱਲ ਤੋਂ ਹੀ ਇੱਕ ਗੱਲ 'ਚ ਮੈਨੂੰ ਲੱਗਦਾ ਕੂਟਨੀਤਿਕ ਤੌਰ ਤੇ ਸਰਕਾਰ ਵੈਸੇ ਕਿਤੇ ਦਿਖਾਈ ਨਹੀਂ ਦਿੰਦੀ, ਲਾਅ ਐਂਡ ਆਰਡਰ ਤੌਰ ਤੇ ਬਿਲਕੁਲ ਹੀ ਐ ਲੱਗਦਾ ਸੀਗਾ ਵੀ ਕੋਈ ਰਾਜ ਇਸ ਲੈਵਲ ਦਾ ਨਹੀਂ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ ਸੀ ਸਰਕਾਰ ਜਾਂ ਪੁਲਿਸ ਅਫਸਰ ਜਿਹੜੇ ਨੇ ਉਹ ਕੂਟਨੀਤਿਕ ਤੌਰ ਤੇ ਇੱਕ ਪਾਸਾ ਖੜਾ ਹੋ ਗਏ ਕਿ ਇਹ ਤਾਂ ਡਿਬੇਟ ਚੱਲ ਪਈ ਸਗੋਂ ਉਲਟੀ, ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਕਿ ਅੰਮ੍ਰਿਤਪਾਲ ਉਹਨਾਂ ਨੇ ਗਲਤ ਕੀਤਾ। ਵੱਡਾ ਸੈਕਸ਼ਨ ਸੁਸਾਇਟੀ ਦਾ ਜਿਹੜਾ ਖਾਸ ਤੌਰ ਤੇ ਸਿੱਖ ਮਾਸਜ ਦਾ ਵੀ ਜਾਂ ਇੰਟੈਲੈਕਚੁਅਲ ਵੀ ਜਾਂ ਵੱਖ-ਵੱਖ ਜਾਣਕਾਰ ਲੋਕ ਵੀ, ਇਸੇ ਕਰਕੇ ਉਹਦੇ ਤੇ ਬਾਕੀ ਧੜੇ ਪੂਰੇ ਬਣ ਗਏ। ਉਤੇ ਸਤਕਾਰ ਕਮੇਟੀ ਤੋਂ ਲੈ ਕੇ ਉਤੇ ਅਕਾਲੀ ਦਲ ਦੇ ਲੀਡਰਾਂ ਤੋਂ ਲੈ ਕੇ ਉਤੇ ਵੱਖ-ਵੱਖ ਟਾਈਪ ਦੇ ਜਥੇਬੰਦੀਆਂ ਤੋਂ ਲੈ ਕੇ ਦਮਦਮੀ ਟਕਸਾਲ ਤੋਂ ਲੈ ਕੇ ਸਾਰਿਆਂ ਨੇ ਕੰਡੈਮਨੇਸ਼ਨ ਕੀਤੀ ਹੈ। ਮਤਲਬ ਉਹ ਜਿਹੜੀ ਨੈਰੇਟਿਵ ਸਿਰਜਣ ਦਾ ਇੱਕ ਮਾਮਲਾ ਸੀ, ਉਹਦੇ 'ਚ ਉਹ ਧਿਰ ਥੋੜੀ ਜੀ ਡਿਫੈਂਸਿਵ ਚਲੀ ਗਈ ਹੈ, ਮਤਲਬ ਰੱਖਿਆਤਮਕ ਚਲੀ ਗਈ, ਉਹਨੂੰ ਫਾਇਦਾ ਨਹੀਂ ਹੋਇਆ ਉਸ ਰੂਪ ਦੇ ਵਿੱਚ। ਇੱਕ ਫਾਇਦਾ ਉਹਨਾਂ ਨੂੰ ਇਹ ਲੱਗਿਆ ਜ਼ਰੂਰ ਕਿ ਐਵੇਂ ਦਮ ਹੈ ਮੇਰੇ ਕੋਲ, ਜਿਹੜਾ ਅੰਮ੍ਰਿਤਪਾਲ ਹੋਣੀ ਬੈਠ ਕੇ ਥਾਣੇ ਦੇ ਵਿੱਚ ਗੱਲ ਕਰਦੇ ਨਜ਼ਰ ਆਉਂਦੇ ਨੇ, ਐਸਐਸਪੀ ਹੈ ਬਾਕੀ ਦੇ ਅਫਸਰ ਨੇ, ਕਿ ਤੁਸੀਂ ਉੱਪਰ ਏਜੰਸੀਆਂ ਨੂੰ ਇਹ ਭੇਜਦੇ ਰਹੇ ਹੋ ਮੇਰੀ ਰਿਪੋਰਟ ਕਿ ਇਹਦੇ ਨਾਲ ਕਿਹੜੇ ਬੰਦੇ ਨੇ, ਤਾਂ ਸਾਨੂੰ ਇਹ ਦਿਖਾਉਣਾ ਪਿਆ ਜਿਹੜਾ ਜਲਵਾ ਤੇ ਵੀ ਸਾਡੇ ਨਾਲ ਬੰਦੇ ਹੈਗੇ ਤੇ ਅਸੀਂ ਇਸ ਲੈਵਲ ਤੇ ਕਰ ਸਕਦੇ ਹਾਂ, ਤੁਸੀਂ ਗਲਤ ਰਿਪੋਰਟਾਂ ਨਾ ਭੇਜੋ। ਉੱਪਰ ਕਿੱਥੇ ਜਾਂਦੀਆਂ ਨੇ ਰਿਪੋਰਟਾਂ, ਕੀ ਨਾ ਉਹਨੂੰ ਦੱਸਦਾ ਰਿਹਾ, ਉਹਨਾਂ ਨੂੰ ਪਤਾ ਨਹੀਂ, ਇਹ ਇੱਕ ਅਲੱਗ ਟਾਈਪ ਦੀ ਗੱਲ ਆਉਂਦੀ ਹੈ, ਕੌਣ ਕਿਹਨੂੰ ਕਹਿੰਦਾ ਰਿਹਾ, ਮਤਲਬ ਅਲੱਗ ਗੱਲ ਹੈ। ਪਰ ਜਦੋਂ ਮੈਸੇਜ ਆ ਜਾਂਦੀ ਹੈ ਉਸ ਪੱਧਰ ਦੇ ਉੱਤੇ ਥਾਣੇ ਤੇ ਕਬਜ਼ਾ ਹੁੰਦਾ ਤੇ ਪੁਲਿਸ ਮੰਨਦੀ ਹੈ ਕਿ ਬੰਦਾ ਛਡਾਤਾ ਜੀ ਅਸੀਂ ਜਾ ਕੇ, ਉਹਨਾਂ ਨੇ ਇਹੀ ਕਿਹਾ ਕਿ ਬੰਦਾ ਮੌਜੂਦ ਨਹੀਂ ਸੀਗੇ ਉਹ ਕੁੱਟਮਾਰ ਦੇ ਵਿੱਚ। ਹੁਣ ਦੋ ਨੈਰੇਟਿਵ ਸੀਗੇ, ਇੱਕ ਇਹ ਸੀ ਕਿ ਅੰਮ੍ਰਿਤਪਾਲ ਨੇ ਇਹ ਕਿਹਾ ਕਿ ਐਸਆਈਟੀ ਕਾਹਦੀ ਹੈ, ਉਹ ਤਾਂ ਐਵੇਂ ਹੀ ਹੈ, ਉਹਨਾਂ ਨੇ ਇੱਕੋ ਕੰਮ ਕਰਨਾ ਕਿ ਜਿਹੜੇ ਸਾਡੇ ਤੇ ਕੇਸ ਨੇ ਉਹ ਵਿਡਰਾ ਕਰਕੇ ਰਿਪੋਰਟ ਦੇਣੀ ਹੈ, ਸਾਡੇ ਕੇਸ ਵਿਡਰਾ ਹੋਣਗੇ। ਤੇ ਪਹਿਲਾਂ ਇਸੇ ਕਰਕੇ ਉਹ ਇਹ ਕਹਿ ਰਹੇ ਸੀ ਉਹਨਾਂ ਚਿਰ ਅਸੀਂ ਅਜਨਾਲੇ ਰਹਾਂਗੇ, ਪਰ ਉਹ ਤੋਂ ਅਜਨਾਲੇ ਤੋਂ ਚੱਲ ਕੇ ਉਹਨੂੰ ਲੈ ਕੇ ਉਹ ਇੱਕ ਵਾਰ ਵਾਪਸ ਚਲੇ ਗਏ ਨੇ। ਹੁਣ ਡੀਜੀਪੀ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਕੀ ਕਹਿੰਦੀ ਹੈ ਦੋਨਾਂ ਮਾਮਲਿਆਂ ਤੇ, ਉਹ ਉਸ ਐਸਆਈਟੀ ਤੇ ਵੀ ਇਹ ਕਹਿ ਰਹੀ ਹੈ ਕਿ ਉਹ ਮੈਰਿਟ ਤੇ ਫੈਸਲਾ ਕਰੇਗੀ, ਕਾਨੂੰਨ ਨੇ ਆਪਣਾ ਕੰਮ ਆਪ ਕਰਨਾ ਹੈ। ਕੋਈ ਕੱਲਾ ਇਹ ਸਵਾਲ ਨਹੀਂ ਹੈ
ਨਾਲ ਉਹ ਇਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਲਿਆ ਕੇ ਜਿਹੜੀ ਢਾਲ ਦੇ ਵਜੋਂ ਵਰਤਣਾ ਇਹ ਸ਼ਰਮਨਾਕ ਕਾਰ ਹੈ। ਅਸੀਂ ਘੱਟੋ ਘੱਟ ਇਹ ਨਹੀਂ ਸੀ ਕਰ ਸਕਦੇ, ਇਸ ਲਈ ਪੁਲਿਸ ਨੇ ਚੰਗਾ ਕੰਮ ਕੀਤਾ। ਨਾਲ ਉਹਨੇ ਗਣਾਏ ਨੇ ਕਿ ਸਾਡਾ ਜਿਹੜਾ ਹਾਕੀ ਦਾ ਸਟਾਰ ਪਲੇਅਰ ਹੈ ਜੁਗਰਾਜ ਸਿੰਘ ਜਿਹੜਾ ਕੈਪਟਨ ਸੀ, ਉਹਦੇ ਤੋਂ ਲੈ ਕੇ ਸਾਡੇ 6 ਬੰਦੇ ਫੱਟੜ ਹੋਏ ਨੇ, ਕਾਫੀ ਉਹਦੇ 11 ਟਾਂਕੇ ਲੱਗੇ ਨੇ। ਇਹ ਹਮਲਾਵਰ ਜਿਹੜਾ ਰੁਖ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਭਾਸ਼ਾ ਉਹਨਾਂ ਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਆਉਂਦੀ ਹੈ। ਤੇ ਅਗਲੇ ਦਿਨਾਂ 'ਚ ਕਿਵੇਂ ਕਰਨਾ, ਕੀ ਕਰਨਾ, ਉਹ ਕਹਿੰਦੇ ਨੇ ਵੱਡਾ ਮਾਮਲਾ ਹੈ, ਇਸ ਮਾਮਲੇ ਤੇ ਬੜੇ ਸੀਰੀਅਸਲੀ ਸੋਚ ਕੇ ਕਾਰਵਾਈ ਕੀਤੀ ਜਾਏਗੀ। ਕਾਨੂੰਨ ਦਾ ਰਾਜ ਦਾ ਦਬਦਬਾ ਜਿਹੜਾ ਹੈ ਲਾ ਕਾਨੂੰਨੀਅਤ ਦੇ ਖਿਲਾਫ ਇਹ ਬਹਾਲ ਕੀਤਾ ਜਾਏਗਾ ਔਰ ਸਾਰੇ ਪੰਜਾਬੀਆਂ ਨੂੰ ਡਰਨ ਦੀ ਲੋੜ ਨਹੀਂ ਹੈ। ਇਹਦਾ ਜੇ ਮੈਸੇਜ ਕੱਢਣਾ ਹੋਵੇ, ਮੈਸੇਜ ਕਲੀਅਰ ਹੈ ਕਿ ਉਹ ਪਰਚੇ ਵੀ ਇਹਦਾ ਮਤਲਬ ਵਿਡਰਾ ਨਹੀਂ ਹੋਣਗੇ ਜੇ ਮੈਰਿਟ ਤੇ ਜਿਵੇਂ ਉਹਨਾਂ ਨੇ ਗੱਲ ਕਰ ਰਹੇ ਨੇ, ਤੇ ਨਵੇਂ ਪਰਚੇ ਦਰਜ ਹੋਣਗੇ। ਇਹ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰ ਉਹ ਪਰਚੇ 'ਚ ਕੀ ਹੋਏਗਾ, ਥਾਣੇ ਦੇ ਉੱਤੇ ਕਬਜ਼ਾ, ਕੀ ਦੇਸ਼ ਧਰੋਹ ਵੀ ਹੋਏਗਾ, ਕਿ ਉਸ ਪਰਚੇ ਦੇ ਉੱਤੇ ਕੀ ਹੋ ਸਕਦਾ ਹੈ, ਉਸ ਲੈਵਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਵਰਤੋਂ ਹੈ ਇਸ ਲੈਵਲ ਤੇ ਕਰਨਾ। ਉਹਦੇ ਮਾਮਲੇ ਦੇ ਵਿੱਚ ਵੀ 307 ਸੁੱਤ ਤਾਂ ਨਾਰਮਲ ਗੱਲਾਂ ਹੁੰਦੀਆਂ ਨੇ ਜਦੋਂ ਕਿਸੇ ਦੇ ਫੱਟੜ ਹੁੰਦੇ ਨੇ, ਡਾਂਗ ਚੱਲਦੀ ਹੈ, ਤਲਵਾਰਾਂ ਚੱਲਦੀਆਂ ਨੇ। ਕਿੰਨੇ ਹਥਿਆਰਾਂ ਨਾਲ ਤੁਸੀਂ ਲੈਸ ਹੋ ਕੇ ਆਉਂਦੇ ਹੋ, ਤਲਵਾਰਾਂ ਨਾਲ, ਕਿਰਪਾਨਾਂ ਨਾਲ, ਰਾਈਫਲਾਂ ਦੇ ਨਾਲ, ਉਹ ਚੀਜ਼ਾਂ ਵੀ ਉਹਦੇ ਵਿੱਚ ਸ਼ਾਮਲ ਨੇ। ਔਰ ਇਸੇ ਲਈ ਉਹ ਜਿਹੜਾ ਜਦੋਂ ਪੁਲਿਸ ਦਾ ਉਹ ਸਲੀਕਾ ਦਿਖਦਾ ਹੈ, ਜਿਉਂ ਜਿਉਂ ਕਰਦੀ ਹੈ, ਮਤਲਬ ਉਸ ਤਰੀਕੇ ਦੇ ਨਾਲ, ਉਸ ਸਟ੍ਰੈਟਜੀ ਚੋਂ, ਉਸ ਕੂਟਨੀਤੀ ਚੋਂ, ਉਸ ਰਣਨੀਤੀ ਚੋਂ ਇਹ ਸੁਭਾਵਿਕ ਲੱਗਦਾ ਕਿ ਇਹਦੇ ਨਾਲ ਮਾਮਲਾ ਕਲੋਜ਼ ਨਹੀਂ ਹੋਇਆ, ਕੱਲਾ ਬੰਦਾ ਛੱਡ ਕੇ ਕਲੋਜ਼ ਹੋ ਗਿਆ, ਮਾਮਲਾ ਸ਼ੁਰੂ ਹੋ ਗਿਆ ਅਸਲ ਦੇ ਵਿੱਚ ਜੀ ਇਸ ਤਰੀਕੇ ਦਾ। ਤੇ ਉਹਦੇ ਵਿੱਚ ਹੁਣ ਅਗਲੇ ਦਿਨਾਂ 'ਚ ਕੋਈ ਗ੍ਰਿਫਤਾਰੀਆਂ ਹੁੰਦੀਆਂ ਨੇ, ਨਹੀਂ ਹੁੰਦੀਆਂ, ਕਿਸ ਲੈਵਲ ਦੀ ਅੰਦਰਲੀ ਪਲਾਨਿੰਗ ਹੈ, ਇਹ ਸਾਰੀਆਂ ਚੀਜ਼ਾਂ ਅੱਜ ਰਾਤ ਤੱਕ, ਕੱਲ ਤੱਕ, ਪਰਸੋਂ ਤੱਕ ਕਿੰਨਾ ਚਿਰ ਕਲੀਅਰ ਹੁੰਦੀਆਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ, ਕਿਉਂਕਿ ਸਟੇਟ ਵੀ ਬਾਉਂਸ ਬੈਕ ਕਰਦੀ ਹੈ ਜਿਵੇਂ ਪ੍ਰਾਈਵੇਟ ਬੰਦਾ ਕਰਦਾ। ਜਿਵੇਂ ਅਮਰਤਪਾਲ ਨੇ ਕਿਹਾ ਮੈਂ ਤੁਹਾਨੂੰ 3 ਦਿਨ ਦਿੱਤੇ ਸੀ, ਤੁਸੀਂ ਇਹ ਕੰਮ ਨਹੀਂ ਕੀਤਾ, ਤਾਂ ਸਟੇਟ ਵੀ ਤਾਂ ਆਪਣਾ ਇੱਕ ਵਾਰ ਬਚਾ ਕੇ ਮਾਮਲਾ ਤੇ ਜੇ ਉਹ ਬਾਉਂਸ ਬੈਕ ਕਰਨ ਦਾ ਤਰੀਕਾ ਆਪਾਂ ਨੂੰ ਪੰਜਾਬ ਦਾ ਪੁਰਾਣਾ ਪੁਲਿਸ ਦਾ ਵੀ ਪਤਾ ਹੈ, ਸਟ੍ਰੈਟਜੀ ਸਟੇਟ ਦੀ ਵੀ ਪਤਾ ਹੈ, ਸਾਰੀਆਂ ਚੀਜ਼ਾਂ ਪਤਾ ਹੈ। ਉਸ ਲੈਵਲ ਦੇ ਉੱਤੇ ਸਟੇਟ ਜਦੋਂ ਬਰੂਟਲ ਹੋਣ ਤੇ ਆਉਂਦੀ ਹੈ ਤਾਂ ਕਿਸ ਹੱਦ ਤੱਕ ਜਾ ਸਕਦੀ ਹੈ, ਅਜੇ ਸ਼ਾਇਦ ਬਹੁਤ ਸਾਰੇ ਨਵੇਂ ਲੋਕਾਂ ਨੂੰ ਉਹਦਾ ਅਹਿਸਾਸ ਉਸ ਪੱਧਰ ਦੇ ਉੱਤੇ ਨਹੀਂ ਹੈ ਤੇ ਕਿਸ ਲੈਵਲ ਤੇ ਕੋਈ ਚੀਜ਼ ਚੱਲ ਸਕਦੀ ਹੈ। ਔਰ ਇਹ ਡੀਜੀਪੀ ਦਾ ਇੱਕ ਮੈਸੇਜ ਉਸ ਲੈਵਲ ਦਾ ਹੈ ਕਿ ਕਰੜੇ ਹੱਥੀਂ ਲਿਆ ਜਾਏਗਾ, ਬਦਅਮਨੀ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਹਨਾਂ ਬਿਆਨਾਂ ਤੋਂ ਮੈਨੂੰ ਲੱਗਦਾ ਕਿ ਅਰਥ ਕੱਢੇ ਜਾ ਸਕਦੇ ਨੇ। ਸਰਦਾਰ ਜਗਤਾਰ ਸਿੰਘ ਜੀ, ਜਦੋਂ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਸੀ ਔਰ ਉਸ ਵੇਲੇ ਕੰਟਰੋਲ ਕਰਨਾ ਜਾਂ ਕੋਈ ਬਹੁਤ ਮੁਸ਼ਕਲ ਹਾਲਾਤ ਪੈਦਾ ਨਾ ਹੋ ਜਾਣ, ਡਿਫੈਂਸਿਵ ਹੋਣਾ, ਪਿੱਛੇ ਹਟਣਾ, ਇਹ ਇੱਕ ਰਣਨੀਤੀ ਹੋ ਸਕਦੀ ਹੈ ਪੁਲਿਸ ਦੀ ਉਦੋਂ ਦੀ, ਔਰ ਉਸ ਤੋਂ ਬਾਅਦ ਉਹਨਾਂ ਦੀਆਂ ਸ਼ਰਤਾਂ ਮੰਨਣ ਤੋਂ ਬਾਅਦ, ਸਭ ਠੰਡ ਵਰਤਣ ਤੋਂ ਬਾਅਦ ਬਹੁਤ ਸਖਤੀ ਦੀ ਸੰਭਾਵਨਾ ਵੀ ਹੋ ਸਕਦੀ ਹੈ। ਤੁਹਾਨੂੰ ਲੱਗਦਾ ਕਿ ਪੋਲੀਟੀਕਲ ਵਿਲ ਔਰ ਪੁਲਿਸ ਦੇ ਮੌਜੂਦਾ ਪਰਿਸਥਿਤੀਆਂ ਦੇ ਵਿੱਚ ਕੋਈ ਐਸੀ ਕਾਰਵਾਈ ਵੀ ਸੋਚੀ ਜਾ ਸਕਦੀ ਹੈ ਆਉਂਦੇ ਦਿਨਾਂ ਦੇ ਵਿੱਚ? ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਲੈ ਕੇ ਬਾਕੀ ਚੀਜ਼ਾਂ ਵੀ ਇਹਦਾ ਹਿੱਸਾ ਹੋ ਸਕਦੀਆਂ? ਕੱਲ ਜਿਹੜੀ ਪਰਸੈਪਸ਼ਨ ਨੈਸ਼ਨਲ ਲੈਵਲ ਤੇ ਬਿਲਟ ਹੋਈ ਉਹ 2 ਪਾਰਟਸ ਹੈਗੀ। ਇੱਕ ਤਾਂ ਭਗਵੰਤ ਮਾਨ ਸਰਕਾਰ ਕੋਲੈਪਸ ਕਰ ਗਈ, ਪਹਿਲੀ ਪਰਸੈਪਸ਼ਨ ਇਹ ਸੀ। ਦੂਸਰੀ ਪਰਸੈਪਸ਼ਨ ਸਿੱਖਾਂ ਦੇ ਵਿੱਚ ਸੀ ਕਿ ਗੁਰੂ ਗ੍ਰੰਥ ਸਾਹਿਬ ਲੈ ਕੇ ਇਹਨੂੰ ਨਹੀਂ ਸੀ ਜਾਣਾ ਚਾਹੀਦਾ, ਉਹ ਮਿਸਯੂਜ਼ ਹੈ। 2 ਗੱਲਾਂ ਸਾਹਮਣੇ ਆਈਆਂ। ਡੋਮੀਨੈਂਟ ਪਰਸੈਪਸ਼ਨ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦੇ ਵਿੱਚ ਇਹ ਆਈ ਹੈ। ਕੋਲੈਪਸ ਵਾਲੀ ਗੱਲ ਉਹ ਭਗਵੰਤ ਮਾਨ ਸਰਕਾਰ ਵਾਸਤੇ ਬਰਾਡਰ ਲੈਵਲ ਤੇ ਬਹੁਤ ਡੇਂਜਰਸ ਹੈ, ਸੀਰੀਅਸ ਹੈ। ਡੇਂਜਰਸ ਮੈਂ ਨਾ ਕਹਾਂ, ਕਿਉਂਕਿ ਪੰਜਾਬ ਪਹਿਲੀ ਸਟੇਟ ਹੈ ਜਿੱਥੇ ਆਪ ਦੀ ਫੁੱਲ ਫਲੈਜ ਸਰਕਾਰ ਹੈ। ਦਿੱਲੀ ਤਾਂ ਸੈਮੀ ਸਟੇਟ ਹੈ। ਸੋ ਨੈਸ਼ਨਲ ਲੈਵਲ ਤੇ ਜਿਹੜਾ ਆਪ ਦਾ ਅੱਗੇ ਵਧਣਾ ਜਾਂ ਨਾ ਵਧਣਾ ਉਹ ਡਿਪੈਂਡ ਹੁਣ ਪੰਜਾਬ ਤੇ ਕਰਦਾ ਹੈ, ਨਾ ਕਿ ਦਿੱਲੀ ਤੇ ਕਰਦਾ ਹੈ। ਜੇ ਪੰਜਾਬ ਦੇ ਵਿੱਚ ਆਪ ਕੋਲੈਪਸ ਕਰ ਜਾਂਦੀ, ਵਧਣ ਤੇ ਕੁਐਸਚਨ ਮਾਰਕ ਲੱਗ ਜਾਂਦਾ ਹੈ, ਤੇ ਉਹ ਇੰਪ੍ਰੈਸ਼ਨ ਖਤਮ ਕਰਨ ਵਾਸਤੇ ਇਹਨਾਂ ਨੂੰ ਅਗਲੇ ਸਟੈਪ ਚੱਕਣੇ ਪੈਣਗੇ ਤਾਂ ਕਿ ਜਿਹੜਾ ਉਹ ਪਰਸੈਪਸ਼ਨ ਹੈ ਉਹ ਖਤਮ ਹੋਵੇ ਤੇ ਪੁਲਿਸ ਦਾ ਜਿਹੜਾ ਇਮੇਜ ਹੈ ਉਹ ਰਿਸਟੋਰ ਹੋਵੇ। ਲਗਾਤਾਰ ਕੱਲ ਰਾਤ ਦਾ ਸੋਸ਼ਲ ਮੀਡੀਆ ਤੇ ਇੱਕ ਫੋਟੋ ਘੁੰਮ ਰਹੀ ਹੈ, ਉਹ KPS ਗਿੱਲ ਦੀ ਹੈ ਕਿ ਪੰਜਾਬ ਵਿੱਚ ਇਹੋ ਜਿਹਾ ਬੰਦਾ ਚਾਹੀਦਾ ਹੈ। ਪੰਜਾਬ ਦੇ ਵਿੱਚ ਤਾਂ KPS ਗਿੱਲ ਦਾ ਨਾਂ ਜੁੜਦਾ ਹੈ ਪੁਲਿਸ ਐਕਸੈਸਿਸ ਵਾਸਤੇ। ਸੋ ਜਿਹੜੀ ਨੈਸ਼ਨਲ ਲੈਵਲ ਦੀ ਪਰਸੈਪਸ਼ਨ ਹੈ ਉਹ ਆਪ ਵਾਸਤੇ ਮੈਟਰ ਕਰੇਗੀ। ਇਸ ਕਰਕੇ ਇਹਨਾਂ ਨੂੰ ਹੁਣ ਅੱਗੇ ਐਕਸ਼ਨ ਲੈਣਾ ਪਏਗਾ
ਕੱਲ ਇਹਨਾਂ ਦੀ ਗਲਤੀ ਨਾਲ ਜੋ ਕੁਝ ਵਾਪਰਿਆ ਉਹਦੇ ਸੁਧਾਰ ਕਰਨ ਦੀ ਲੋੜ ਹੈ। ਇਹ ਕਾਫੀ ਬੜੇ ਸੰਕੋਚਵੇਂ ਸ਼ਬਦਾਂ 'ਚ ਤੁਸੀਂ ਕਿਹਾ, ਪਰ ਇਹਦੇ 'ਚ ਡੀਜੀਪੀ ਦਾ ਰਵੱਈਆ, ਸਰਦਾਰ ਸੰਧੂ ਸਾਹਿਬ ਜਸਪਾਲ ਸਿੰਘ ਜੀ, ਜੋ ਇਸ ਵੇਲੇ ਪੁਲਿਸ ਪ੍ਰਮੁੱਖ, ਕਿਉਂਕਿ ਜੇਕਰ ਇਹਨੂੰ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਮੈਸੇਜ ਦੇ ਰੂਪ 'ਚ ਛੱਡਣਾ ਨਾ ਹੁੰਦਾ, ਜੇ ਕਾਰਵਾਈ ਦੀ ਸੰਭਾਵਨਾ ਨਾ ਹੁੰਦੀ, ਤਾਂ ਡੀਜੀਪੀ ਨੂੰ ਕੈਮਰਿਆਂ ਤੇ ਆਉਣ ਦੀ ਲੋੜ ਨਹੀਂ ਸੀ ਪੈਣੀ। ਇਹ ਕੰਮ ਐਸਐਸਪੀ ਰੂਰਲ ਅੰਮ੍ਰਿਤਸਰ ਕਰ ਚੁੱਕੇ ਸੀਗੇ, ਇੱਥੋਂ ਦੇ ਐਸਪੀ ਕਰ ਚੁੱਕੇ ਸੀਗੇ। ਹਰਪਾਲ ਸਿੰਘ ਰੰਧਾਵਾ ਦਾ ਲਫ਼ਜ਼ ਮੈਨੂੰ ਅਜੇ ਵੀ ਯਾਦ ਨੇ, ਉਹ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਪਰਿਵਾਰ ਚੋਂ ਆਉਂਦੇ ਆ। ਮੈਨੂੰ ਕੱਲ ਸ਼ਾਮ ਨੂੰ ਜਦੋਂ ਦੱਸਿਆ ਗੁਰਭਜਨ ਗਿੱਲ ਜੀ ਨੇ ਫੋਨ ਕਰਕੇ ਕਿ ਇਹ ਉਹ ਪਰਿਵਾਰ ਹੈ ਔਰ ਇਹ ਜਿਹੜਾ ਪੁਲਿਸ ਅਫਸਰ ਹੈ, ਇਹਦੀ ਇੱਕ ਵਿਰਾਸਤ ਹੈ ਪਿੱਛੋਂ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਲਿਹਾਜ਼ ਨਾਲ ਗੱਲ ਕਰ ਰਿਹਾ ਔਰ ਸਰਕਾਰਾਂ ਦੇ ਸਾਹਮਣੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਵੀ ਲਾ ਰਿਹਾ ਸੀ ਐਸਪੀ, ਔਰ ਉਹਨੇ ਮੀਡੀਆ ਦੇ ਸਾਹਮਣੇ ਵੀ ਇੱਕ ਬਹੁਤ ਵੱਡਾ ਸਵਾਲ ਰੱਖਤਾ ਸੀ ਕਿ ਜੋ ਹੋ ਰਿਹਾ ਉਹਨੂੰ ਦਿਖਾਓ ਔਰ ਆਪਣੀ ਤੀਜੇ ਥੰਮ ਵਾਲੀ ਜ਼ਿੰਮੇਵਾਰੀ ਨਿਭਾਓ। ਉਹ ਸਾਰੀਆਂ ਗੱਲਾਂ ਤਾਂ ਹੋਈਆਂ, ਲੇਕਿਨ ਜਿਹੜੀ ਡੀਜੀਪੀ ਦੀ ਪ੍ਰੈਸ ਕਾਨਫਰੰਸ ਹੈ, ਇਹਦੇ ਅਰਥ ਕੀ ਲਈਏ? ਹਾਂਜੀ, ਜੇ ਦੇਖੋ, ਪਹਿਲੀ ਗੱਲ ਤਾਂ ਇਹ ਕੋਈ ਦੁਬਾਰਾ ਰਿਪੀਟ ਕਰਨ ਵਾਲੀ ਜਾਂ ਕਹਿਣ ਵਾਲੀ ਗੱਲ ਨਹੀਂ ਵੀ ਜੇ ਹਰ ਰੂਲਿੰਗ ਪਾਰਟੀ ਦਾ ਜਿੱਥੇ ਵੀ ਕੋਈ ਸਟੇਟ 'ਚ ਰਾਜ ਕਰਦੇ ਜਾਂ ਸੈਂਟਰ 'ਚ ਕਰਦੀ ਹੈ, ਪੁਲਿਸ ਉਹਦਾ ਇੱਕ ਪੋਲੀਟੀਕਲ ਆਰਮ ਹੁੰਦਾ ਹੈ। ਪੁਲਿਸ ਨੂੰ ਉਸੇ ਤਰੀਕੇ ਨਾਲ ਹੀ ਉਹ ਤੋਂ ਐਕਸ਼ਨ ਕਰਵਾਇਆ ਜਾਂਦਾ ਜਾਂ ਛੱਡਿਆ ਜਾਂਦਾ ਜਾਂ ਟਰੈਪ ਲਵਾਇਆ ਜਾਂਦਾ। ਇਹ ਵੀ ਹੋ ਸਕਦਾ ਵੀ ਜਿਹੜਾ ਇੱਕ ਖਾਸ ਕਿਸਮ ਦਾ ਇੰਪ੍ਰੈਸ਼ਨ ਬਿਲਡਅਪ ਕਰਨਾ ਸੀ, ਇਹ ਵੀ ਇੱਕ ਟਰੈਪ ਸੀ ਵੀ ਦੇਖਦੇ ਆ ਕਿੱਥੋਂ ਤੱਕ ਕਰਦੇ ਆ, ਤਾਂ ਕਿ ਬਾਹਰ ਨੈਸ਼ਨਲ ਲੈਵਲ ਤੇ ਇਸ ਕਿਸਮ ਦਾ ਪਰਸੈਪਸ਼ਨ ਜਾਵੇ ਵੀ ਜਿਵੇਂ ਹੁਣ ਅਖਬਾਰਾਂ 'ਚ ਛਪਿਆ ਹੀ ਹੈ, ਜਗਤਾਰ ਸਿੰਘ ਨੇ ਵੀ ਕਿਹਾ ਵੀ ਹੈਡਲਾਈਨ ਹੀ ਇਹ ਛਪਿਆ ਵੀ ਆਮ ਆਦਮੀ ਦੀ ਪਾਰਟੀ ਗਿਵਸ ਇਨ, ਉਹ ਮਤਲਬ ਕਿ ਵੀ ਥੱਲੇ ਲੱਗ ਜਾਂਦੀ ਹੈ, ਬਿਲਕੁਲ ਆਪਦੀ ਥੱਲੇ ਲਾਤੀ ਹੈ ਕੱਲ ਦੇ ਅਜਨਾਲਾ ਇੰਸੀਡੈਂਟ ਨੇ। ਪਰ ਤੁਹਾਨੂੰ ਪਤਾ ਵੀ ਕਦੋਂ ਰੂਲਿੰਗ ਜਿਹੜੇ ਬੈਠੇ ਹੋਣ ਬੰਦੇ ਥੱਲੇ ਕਦੋਂ ਲੱਗਦੇ ਹੁੰਦੇ, ਜਿਨ੍ਹਾਂ ਕੋਲੇ ਸਾਰੀ ਪਾਵਰ ਹੁੰਦੀ ਹੈ। ਤੇ ਇਸ ਕਰਕੇ ਇਹ ਮੈਨੂੰ ਬਹੁਤਾ ਜਿਹੜਾ ਸਿੱਧੇ ਲੈਵਲ ਤੇ ਇਹ ਇੱਕ ਸਾਡੇ ਜਿਹੜੇ ਖਾਸ ਕਿਸਮ ਦੇ ਗਰਮ ਖਿਆਲੀਏ ਨੌਜਵਾਨਾਂ, ਉਹਨਾਂ ਲਈ ਇਹ ਟਰੈਪ ਵੀ ਸਿੱਧ ਹੋ ਸਕਦਾ ਹੈ। ਇਸ ਤੋਂ ਤੁਸੀਂ ਇਸ ਭਾਵਨਾ ਤੋਂ ਮੁਨਕਰ ਨਹੀਂ ਹੋ ਸਕਦੇ। ਤੇ ਇਸ ਕਰਕੇ ਦੂਸਰੀ ਗੱਲ ਇਹ ਵੀ ਇਹ ਜਦੋਂ ਸਾਰਾ ਕੁਝ ਉੱਥੇ ਕਰਦੇ ਆ, ਉਹਦੇ ਲਈ ਇੱਕ ਅਨੰਨਿਆ ਬਾਜਪਾਈ ਦੀ ਮਸ਼ਹੂਰ ਕਿਤਾਬ ਹੈ ਆਕਸਫੋਰਡ ਸਕਾਲਰ ਦੀ, ਤੇ ਉਹਨੇ ਕਿਹਾ ਵੀ ਇੰਡੀਅਨ ਜਿਹੜੀ ਪੁਲਿਸ ਹੈ ਜਾਂ ਇੰਡੀਅਨ ਸਟੇਟ ਹੈ, ਜਿਵੇਂ ਇੰਡੀਅਨ ਪੋਲਿਟਿਕਸ ਹੈ, ਉਹ ਲੋੜ ਪੈਣ ਤੇ ਇੱਕ ਮਿਲਟਰੀ ਸਟੇਟ ਵਾਂਗੂ ਵੀ ਐਕਟ ਕਰਦੀ ਹੈ। ਉਹਨੇ ਕਾਫੀ ਸਾਰਾ ਕੁਝ ਕੋਟ ਕੀਤਾ, ਹੁਣ ਤੱਕ ਤਾਂ ਪਿੱਛੇ ਪੰਜਾਬ ਵੀ ਕੋਟ ਕੀਤਾ। ਤੇ ਇਹ ਇਸ ਕਰਕੇ ਇਹ ਮਿਲਟਰੀ ਸਟੇਟ ਦਾ ਮਤਲਬ ਵੀ ਉਹ ਸਖਤੀ ਤੋਂ ਸਖਤ ਸਟੈਂਡ ਵੀ ਲੈ ਸਕਦਾ। ਉਹ ਸਾਡੇ ਪਹਿਲਾਂ 80-90 ਵਿੱਚ ਸਾਰਾ ਕੁਝ ਵਾਪਰ ਚੁੱਕਿਆ। ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਪੁਲਿਸ ਉਹੀ ਪੁਲਿਸ ਹੈ, ਉਹੀ ਸਾਰਾ ਕੁਝ ਹੈ, ਉਹੀ ਤੰਤਰ ਚੱਲ ਰਿਹਾ। ਇਹ ਨਹੀਂ ਹੈ ਵੀ ਇਹ ਕਿਤੇ ਦਬਗੀ ਸੀ ਜਾਣ ਬੁੱਝ ਕੇ ਕੋਈ, ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਲੋੜ ਪੈਣ ਤੇ ਇਸ ਕਿਸਮ ਦੀ ਸਟ੍ਰੈਟਜੀ ਬਣਾਈ ਹੈ। ਬਾਕੀ ਪੁਲਿਸ ਦਾ ਨੈਤਿਕ ਲੈਵਲ ਦੀ ਪੋਜੀਸ਼ਨ ਕਿਵੇਂ, ਅਖਲਾਕੀ ਪੋਜੀਸ਼ਨ ਕਿਵੇਂ ਵੱਡੀ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਉਹਨਾਂ ਨਾਲੋਂ ਵੱਡੀ। ਉਹਨਾਂ ਨੇ ਜਦੋਂ ਵਾਰੀ ਕਿਹਾ ਵੀ ਅਸੀਂ ਇਸ ਕਰਕੇ ਅਟੈਕ ਨਹੀਂ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸੀ, ਇਸ ਕਰਕੇ ਅਸੀਂ ਰੋਕਿਆ ਨਹੀਂ ਉਹਨਾਂ ਨੂੰ, ਅਸੀਂ ਆਪ ਸਾਡੇ ਪੁਲਿਸ ਵਾਲਿਆਂ ਨੇ ਆਪ ਸੱਟਾਂ ਖਾ ਲਈਆਂ ਇਸ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ। ਤੇ ਇਹ ਸਾਰੇ ਨਾਲ ਨੈਤਿਕ ਪੋਜੀਸ਼ਨ ਜਿਹੜੀ ਚਾਹੀਦੀ ਸੀ, ਜਿਸ ਨੈਤਿਕ ਪੋਜੀਸ਼ਨ ਨੂੰ ਲੈ ਕੇ ਅੰਮ੍ਰਿਤਪਾਲ ਜਾਂ ਉਹਦੇ ਸਾਥੀ ਚੱਲੇ ਸੀ, ਉਹ ਨੈਤਿਕ ਪੋਜੀਸ਼ਨ ਦਾ ਪੁਲਿਸ ਕੋਲ ਆ ਗਈ। ਇਸ ਕਰਕੇ ਇਹ ਬਾਕੀ ਇਸੇ ਕਰਕੇ ਸਿੱਖਾਂ ਵਿੱਚ ਬਹੁਤ ਜ਼ਿਆਦਾ ਰਿਐਕਸ਼ਨ ਆਇਆ ਵੀ ਇਹ ਗੱਲ ਗਲਤ ਹੋਈ ਹੈ। ਕਦੇ ਗੁਰੂ ਗ੍ਰੰਥ ਸਾਹਿਬ ਵਿੱਚ ਹਿਸਟਰੀ ਦੇ ਵਿੱਚ ਕਿਤੇ ਵੀ ਕਿਸੇ ਵੀ ਲੈਵਲ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲਾ ਕੇ ਇੱਕ ਆਉਂਦਾ ਹਿਸਟਰੀ ਦੇ, ਇਹ ਨਹੀਂ ਕਦੇ ਹੋਇਆ। ਇੱਕ ਆਉਂਦਾ ਬਸ ਛੋਟਾ ਜਿਹਾ ਇਤਿਹਾਸ ਵਿੱਚ ਬਹੁਤ ਵੱਡਾ ਉਹਦਾ ਮੈਂਸ਼ਨ ਆਉਂਦਾ ਵੀ ਮੁਹੰਮਦ ਗੌਰੀ ਨੇ ਜਦੋਂ ਹਮਲਾ ਕੀਤਾ ਦਿੱਲੀ ਤੇ ਪ੍ਰਿਥਵੀ ਰਾਜ ਚੌਹਾਨ ਨੇ ਡਿਫੈਂਸ ਦੇ ਲੈਵਲ ਤੇ ਆਪਦੀ ਰਾਖੀ ਲਈ ਇੱਕ ਵਾਰ ਗਾਵਾਂ ਅੱਗੇ ਲੈ ਕੇ ਆਇਆ ਸੀ। ਉਹ ਇਹ ਹਿਸਟਰੀ ਵਿੱਚ ਪੂਰਾ ਰਿਟਨ ਤੱਥ ਹੈਗਾ। ਇਹ ਕਦੇ ਵੀ ਨਹੀਂ ਹੁੰਦਾ ਵੀ ਨਹੀਂ ਕਿਸੇ ਵੀ ਲੈਵਲ ਉੱਤੇ ਪੂਰੇ 400 ਸਾਲਾਂ ਵਿੱਚ ਕੋਈ ਇਹੋ ਜਿਹਾ ਹੈ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਵਾਕ ਲੈ ਕੇ ਲੋਕ ਚੱਲਦੇ ਆ, ਲੜੇ ਆ ਲੋਕ, ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ, ਪਰ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਨਹੀਂ ਲਾਇਆ, ਉਹਦੀ ਰਾਖੀ ਕੀਤੀ ਹੈ ਉਲਟਾ, ਜਿਵੇਂ ਕੱਲ ਵੀ ਆਪਣੀ ਸਾਰੀ ਇੱਥੇ ਡਿਟੇਲ ਗੱਲ ਹੋ ਚੁੱਕੀ ਹੈ। ਤਾਂ ਇਸ ਕਰਕੇ ਫਿਰ ਇਹ ਮੈਨੂੰ ਜ਼ਿਆਦਾ ਇਹ ਲੱਗ ਰਿਹਾ ਵੀ ਇਹ ਇੱਕ ਖਾਸ ਕਿਸਮ ਦਾ ਇੰਪ੍ਰੈਸ਼ਨ ਦਿੱਤਾ ਵੀ ਤੁਸੀਂ ਬਹੁਤ ਤਕੜੇ ਹੋ, ਬੜਾ ਇਕੱਠ ਹੋ ਗਿਆ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਇਸ ਕਿਸਮ ਦਾ ਕੱਲ ਜਿਹੜੇ ਰੋਸ ਵਿਖਾਵੇ ਵਾਲੇ ਬੰਦਿਆਂ ਨੂੰ ਇਸ ਕਿਸਮ ਦਾ
ਇਹ ਇੰਪ੍ਰੈਸ਼ਨ ਜਾਣਬੁੱਝ ਕੇ ਪੁਲਿਸ ਨੇ ਦਿੱਤਾ, ਜਿਹੜਾ ਕਿ ਹੁਣ ਡੀਜੀਪੀ ਦੇ ਸਖਤ ਬਿਆਨ ਤੋਂ, ਉਹਦੀ ਪ੍ਰੈਸ ਕਾਨਫਰੰਸ ਤੋਂ ਇਹ ਬਿਲਕੁਲ ਸਾਰਾ ਮੈਸੇਜ ਕਲੀਅਰ ਸੁਨੇਹਾ ਜਾ ਰਿਹਾ ਹੈ। ਡੀਜੀਪੀ ਨੇ ਇੱਕ ਤੋਂ ਵੱਧ ਵਾਰੀ ਇਹ ਗੱਲ ਕੀਤੀ ਕਿ ਕਿਉਂਕਿ ਇਹਨਾਂ ਨੇ ਸਾਡੇ ਕੋਲੋਂ ਪਰਮਿਸ਼ਨ ਮੰਗੀ ਸੀਗੀ, ਇਹਨਾਂ ਨੇ ਪਹਿਲਾਂ ਇੱਕ ਫੈਕਸ ਭੇਜੀ, ਉਹਦੇ ਵਿੱਚ ਇਹ ਕਿਹਾ ਸੀਗਾ ਕਿ ਸਾਡੇ ਬੰਦੇ ਗਲਤ ਪਰਚੇ 'ਚ ਰੱਖੇ ਗਏ ਆ, ਔਰ ਉਹਦੀ ਅਸੀਂ SIT ਇੱਕ ਬਣਾ ਵੀ ਦਿੱਤੀ ਸੀਗੀ। ਫਿਰ ਕਹਿੰਦੇ ਮੈਨੂੰ ਦਿਹਾਤੀ ਜਿਹੜੇ SSP ਅੰਮ੍ਰਿਤਸਰ ਦੇ, ਉਹਨਾਂ ਨੇ ਇਹ ਦੱਸਿਆ ਸੀ, ਯਕੀਨ ਦਿਵਾਇਆ ਸੀ ਕਿ ਉਹ ਵਿਖਾਵਾ ਕਰਨਾ ਚਾਹੁੰਦੇ ਆ, ਸ਼ਾਂਤਮਈ ਕਰਨਾ ਚਾਹੁੰਦੇ ਆ, ਔਰ ਇਹ ਡੈਮੋਕ੍ਰੇਸੀ ਦੇ ਵਿੱਚ ਸਭ ਲਈ ਹੱਕ ਹੈ ਬੋਲਣ ਦੀ, ਆਜ਼ਾਦੀ ਦਾ, ਔਰ ਅਸੀਂ ਉਹਨਾਂ ਨੂੰ ਇਹ ਦਿੱਤਾ। ਉਸ ਤੋਂ ਬਾਅਦ ਜੋ ਹੋਇਆ ਉਹ ਠੀਕ ਨਹੀਂ ਹੋਇਆ। ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਦੂਜੀ ਗੱਲ ਜਿਹੜੀ ਇਹਦੇ ਵਿੱਚ ਬੇਹੱਦ ਅਹਿਮ ਆ, ਉਹ ਹੈਗੀ ਆ ਸਰਦਾਰ ਜਗਤਾਰ ਸਿੰਘ ਸਾਹਿਬ, ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ। ਉਹਨਾਂ ਨੇ ਬੜਾ ਵਿਚਲਾ ਜਿਹਾ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸਖਤ ਸ਼ਬਦਾਂ 'ਚ ਇਹਦੀ ਨਿੰਦਾ ਕੀਤੀ ਆ, ਅਮਨ ਕਾਨੂੰਨ ਦੇ ਨਜ਼ਰੀਏ ਤੋਂ ਕੀਤੀ ਆ। ਗੁਰੂ ਗ੍ਰੰਥ ਸਾਹਿਬ ਦਾ ਇੱਕ ਆਮ ਪਰਸੈਪਸ਼ਨ ਵੀ ਆ, ਲੋਕ ਕਹਿੰਦੇ ਆ ਕਿ ਹੁਣ ਵਿਆਹਾਂ ਸ਼ਾਦੀਆਂ 'ਚ ਤੁਸੀਂ ਪੈਲਸ ਦੇ ਵਿੱਚ ਲਾਵਾਂ ਫੇਰੇ ਕਰਵਾਉਣ ਲਈ ਤਾਂ ਮਨਾ ਕਰ ਦਿੰਦੇ ਹੋ ਗੁਰੂ ਗ੍ਰੰਥ ਸਾਹਿਬ, ਔਰ ਜਦੋਂ ਇਹੋ ਜਿਹੀ ਡੈਮੋਨਸਟ੍ਰੇਸ਼ਨ ਦੌਰਾਨ ਜਿੱਥੇ ਕੋਈ ਮਰਿਆਦਾ ਦਾ ਕਿਸੇ ਵੇਲੇ ਖਿਆਲ ਵੀ ਨਹੀਂ ਰੱਖਿਆ ਜਾ, ਕਿੰਨੀ ਉੱਥੇ ਤਲਵਾਰ ਚੱਲ ਰਹੀ ਸੀ, ਕੀ ਕੁਝ ਹੋ ਰਿਹਾ ਸੀਗਾ, ਇਹ ਲੋਕਾਂ ਦੇ ਵਿੱਚ ਆਮ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ। ਸੋ ਸਿੰਘ ਸਾਹਿਬ ਦਾ ਇਹ ਨਜ਼ਰੀਆ ਵਿੱਚ ਵਿਚਾਲੇ ਵਾਲਾ, ਤੇ ਸੁਖਬੀਰ ਸਿੰਘ ਬਾਦਲ ਦਾ ਲੀਕ ਖਿੱਚ ਕੇ ਖਿਲਾਫ ਖੜੇ ਹੋਣਾ, ਬਿਕਰਮ ਸਿੰਘ ਮਜੀਠੀਆ ਦਾ ਦੇ ਖਿਲਾਫ ਖੜੇ ਹੋਣਾ, ਇਹ ਸਾਰੀ ਲਗਭਗ ਇੱਕ ਛੋਟੀ ਜਿਹੀ ਜ਼ਬਾਨ ਦੇ ਦਿਓ ਇਸ ਗੱਲ। ਇਸ਼ੂ ਬੇਸਿਕਲੀ ਜਥੇਦਾਰ ਅਕਾਲ ਤਖਤ ਦਾ ਹੈ। ਮੈਂ ਇਸ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦਾ। ਇਹ ਲਕੀਰ ਖਿੱਚਣੀ ਚਾਹੀਦੀ ਜਥੇਦਾਰ ਹੋਰਾਂ, ਉਹ ਨਹੀਂ ਖਿੱਚ ਸਕੇ ਤੇ ਇਹ ਉਹਨਾਂ ਦੀ ਬਹੁਤ ਵੱਡੀ ਕਮਜ਼ੋਰੀ ਹੈ। ਸਿਚੁਏਸ਼ਨ ਦੇ ਨਾਲ ਡੀਲ ਕਰਨਾ ਚਾਹੀਦਾ, ਉਹਨੂੰ ਅਵੋਇਡ ਨਹੀਂ ਕਰਨਾ ਚਾਹੀਦਾ। ਇਸੇ ਕਰਕੇ ਹੀ ਬਰਗਾੜੀ ਦਾ ਮਾਮਲਾ ਇੰਨੀ ਦੇਰ ਤੱਕ ਪਕਿਆ, ਕਿਉਂਕਿ ਇਹ ਅਫਸਰੋਂ ਤਲਵੰਡੀ ਸਾਹਿਬ ਹੋ ਜਾਂਦੇ, ਬਰਗਾੜੀ ਰਾਹ ਚ ਆਉਂਦਾ, ਇਹਨਾਂ ਨੇ ਕਰੇ ਉੱਥੇ ਬ੍ਰੇਕ ਨਹੀਂ ਮਾਰੀ। ਸੋ ਇਹ ਜਿਹੜਾ ਇਹਨਾਂ ਦਾ ਲਗਾਤਾਰ ਸਟੈਂਡ ਹੈ ਸੈਂਸਿਟਿਵ ਇਸ਼ੂ ਤੇ, ਉਹ ਕੰਟਰੋਵਰਸ਼ੀਅਲ ਹੈ, ਤੇ ਅੱਜ ਵੀ ਇਹਨਾਂ ਨੇ ਖੁੱਲ ਕੇ ਆਪਣਾ ਸਟੈਂਡ ਨਹੀਂ ਲਿਆ। ਕਲੀਅਰ ਇੰਸਟਰਕਸ਼ਨ ਇਸ਼ੂ ਕੀਤੀ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਆ ਮਰਿਆਦਾ, ਇਹਦੇ ਪਿੱਛੇ ਤਾਂ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਦੇ ਵਿੱਚ ਜੀ, ਤੇ ਕਦੇ ਲੜਾਈ ਇਹਨੂੰ ਅੱਗੇ ਲਾ ਕੇ ਨਹੀਂ ਲੜੀ, ਇਹਦੇ ਵਾਸਤੇ ਸਿਰ ਦਿੱਤੇ ਹੈ ਸਿੱਖਾਂ ਨੇ। ਜਥੇਦਾਰ ਅਕਾਲ ਤਖਤ ਨੂੰ ਚਾਹੀਦਾ ਸੀ ਕਿ ਕੈਟੇਗੋਰੀਕਲੀ ਸਟੈਂਡ ਲੈ ਲੇ। ਤੁਸੀਂ ਠੀਕ ਕਹਿ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਤਵੱਜੋ ਨਹੀਂ ਦਿੱਤੀ ਜਾਣੀ ਚਾਹੀਦੀ, ਪਰ ਜਦੋਂ ਅਥਾਰਟੀ ਸ਼੍ਰੋਮਣੀ ਕਮੇਟੀ ਦੇ ਬੌਸ ਨੇ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਅਕਾਲੀ ਦਲ, ਤੇ ਉਹਦੇ ਅਪਾਇੰਟਿੰਗ ਅਥਾਰਟੀ ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬ ਦੀ ਹੈ, ਇਹ ਦੋਨਾਂ ਦੇ ਵੱਖਰੇ ਵੱਖਰੇ ਰੂਪ ਜਾਂ ਦੋ ਵੱਖਰੇ ਵੱਖਰੇ ਨਜ਼ਰੀਏ, ਮੈਨੂੰ ਲੱਗਦਾ ਇਹ ਕਿਤੇ ਨਾ ਕਿਤੇ ਜਾ ਕੇ ਪੰਗੇਬਾਜ਼ੀ ਅੱਗੇ ਵਧੂਗੀ। ਸਰਦਾਰ ਜੀ, ਮੈਂ ਨਹੀਂ, ਜਿਹੜੀ ਪੋਲਿਟਿਕ ਅਥਾਰਟੀ ਦੀ ਗੱਲ ਹੈ ਨਾ, ਪ੍ਰੈਜ਼ੀਡੈਂਟ ਆਫ ਇੰਡੀਆ ਵੀ ਨਾ ਜਿਹੜਾ ਅਪਾਇੰਟ ਹੁੰਦਾ ਹੈ, ਉਹਦੀ ਪੋਲਿਟਿਕ ਅਥਾਰਟੀ ਉਹਦੀ ਪਾਰਟੀ ਹੀ ਹੁੰਦੀ ਹੈ। ਸੋ ਉਹ ਆਫਿਸ ਇੰਡੀਪੈਂਡੈਂਟਲੀ ਕੰਮ ਕਰਨਾ ਚਾਹੀਦਾ ਐਸ ਪਰ ਦੀ ਕਨਸਟੀਟਿਊਸ਼ਨ। ਜਥੇਦਾਰ ਅਕਾਲ ਤਖਤ ਦੀ ਵੀ ਇਹੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਕਦੇ ਵੀ ਖੁੱਲ ਕੇ ਕੰਮ ਸ਼ਾਇਦ ਇਸੇ ਕਰਕੇ ਨਹੀਂ ਕਰ ਪਾਉਂਦੇ ਕਿ ਉਹਨਾਂ ਨੂੰ ਸਿਆਸੀ ਬੌਸ ਜਿਹੜੇ ਆ ਉਹ ਵਿੱਚ ਵਿਚਾਲੇ ਹੀ ਰੱਖਦੇ ਆ। ਕਾਰਜਕਾਰੀ ਹੋਣਾ ਵੀ ਆਪਣੇ ਆਪ ਦੇ ਵਿੱਚ ਇੱਕ ਨਹੀਂ, ਮੇਰੇ ਖਿਆਲ 'ਚ ਪਹਿਲਾਂ ਜਥੇਦਾਰ ਗੁਰਦਿਆਲ ਸਿੰਘ ਅਜਰੋਹਾ ਵਰਗੇ ਲੋਕ ਰਹੇ ਜਿਹੜੇ ਇੰਡੀਪੈਂਡੈਂਟਲੀ ਕੰਮ ਕਰਦੇ ਸੀ, ਉਸ ਤੋਂ ਬਾਅਦ ਇਹ ਡਾਊਨਫਾਲ ਆਇਆ। ਬਿਲਕੁਲ ਠੀਕ ਹੈ। ਹੁਣ ਇਸ ਡਾਊਨਫਾਲ ਤੋਂ ਉੱਭਰਿਆ ਕਿਵੇਂ ਜਾਵੇ, ਵੱਡਾ ਸਵਾਲ ਹੈ। ਜਾਂਦੇ ਜਾਂਦੇ ਸਰਦਾਰ ਹਰਮੀਤ ਸਿੰਘ ਜੀ, ਇੱਕ ਜਿਹੜਾ ਮਾਮਲਾ ਅਸੀਂ ਛੱਡ ਆਏ ਆ ਉਹਨੂੰ ਜ਼ਰੂਰ ਜ਼ਬਾਨ ਦੇ ਦਿਓ। ਅੱਜ ਬਲਵਿੰਦਰ ਸੇਖੋਂ ਨੂੰ ਜੇਲ੍ਹ ਭੇਜਤਾ ਗਿਆ, ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਇਹ ਤਰਤੀਬ ਦੇ ਦਿਓ। ਅਸਲ ਚ ਉਹੀ ਮਾਮਲਾ ਵੀ ਵਿਚਾਰਾ ਜਿਹੜਾ ਜੋ ਛੋਟਾ ਮਾਮਲਾ ਹੁੰਦਾ ਦਬ ਜਾਂਦਾ ਵਿੱਚ ਹੀ, ਪਹਿਲਾਂ ਕਦੇ ਉਹ ਮੇਨ ਮਾਮਲਾ ਸੀ 3 ਦਿਨ ਪਹਿਲਾਂ, ਔਰ ਅੱਜ ਮਤਲਬ ਉਹਨਾਂ ਨੂੰ ਪੇਸ਼ੀ ਸੀ 24 ਤਰੀਕ ਨੂੰ ਹਾਈ ਕੋਰਟ ਦੇ ਸਾਹਮਣੇ, ਸਿੱਧਾ ਜਿਹੜਾ ਜੇਲ੍ਹ ਦੇ ਵਿੱਚ ਉੱਥੇ ਲਿਆਂਦਾ ਗਿਆ, ਔਰ ਜੇਲ੍ਹ ਦੇ ਵਿੱਚ ਬਹੁਤ ਟਾਈਟ ਪ੍ਰਬੰਧ ਸੀ। ਉਹਨਾਂ ਦੇ ਪਰਿਵਾਰ ਤੋਂ ਲੈ ਕੇ ਕਿਸੇ ਹੋਰ ਬੰਦਿਆਂ ਤੋਂ ਲੈ ਕੇ ਜਾਣ ਨਹੀਂ ਦਿੱਤਾ ਗਿਆ। ਵਕੀਲ ਵੀ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਟਾਈਟ ਪ੍ਰਬੰਧ ਸੀ। ਹਾਂਜੀ ਜੀ, ਹਾਂ, ਹਾਈ ਕੋਰਟ ਦੇ ਵਿੱਚ ਹੀ, ਤੇ ਉੱਥੇ ਨਹੀਂ ਜਾਣ ਦਿੱਤਾ ਗਿਆ ਜ਼ਿਆਦਾਤਰ ਕਿਸੇ ਨੂੰ। ਵਕੀਲ ਵੀ ਬੜਾ ਮੁਸ਼ਕਲ ਨਾਲ ਗਏ ਨੇ, ਉਹਨਾਂ ਦਾ ਕਹਿਣਾ। ਔਰ ਉੱਥੇ ਉਹਨਾਂ ਨੇ ਆਪਣਾ ਵਕੀਲ ਲਾ ਕਰਨ ਦਾ ਫੈਸਲਾ ਕਰ ਲਿਆ ਕਿ ਸਾਡੇ ਕੋਲ ਪੈਸੇ ਨਹੀਂ, ਤੇ ਅਦਾਲਤ ਤੋਂ ਵਕੀਲ ਦੀ ਮੰਗ ਕੀਤੀ। ਅਦਾਲਤ ਨੇ ਕਹਿਤਾ ਠੀਕ ਹੈ ਵਕੀਲ ਵੀ ਦੇਾਂਗੇ। ਉਹਨਾਂ ਤੋਂ ਪੁੱਛਦੇ ਰਹੇ ਉਹੀ ਚੀਜ਼ਾਂ, ਤੁਸੀਂ ਆਹ ਕਿਹਾ, ਤੁਸੀਂ ਆਹ ਕਿਹਾ, ਉਹ ਮੰਨਦੇ ਰਹੇ ਆਹ ਕਿਹਾ, ਤੇ ਆਟੋਮੈਟਿਕਲੀ ਉਹ ਰਿਕਾਰਡ ਕਰਕੇ ਸਾਰਾ ਕੁਝ ਵੀ ਜਦੋਂ ਤੁਸੀਂ ਔਨ ਕਰਦੇ, ਉਹਨਾਂ ਨੇ ਸਜ਼ਾ ਸੁਣਾਤੀ 6 ਮਹੀਨੇ ਦੋਨਾਂ ਨੂੰ, ਪ੍ਰਦੀਪ ਸ਼ਰਮਾ ਤੇ ਬਲਵਿੰਦਰ ਸੇਖੋਂ ਨੂੰ 6 ਮਹੀਨੇ ਦੀ ਸਜ਼ਾ।
ਤੇ ਕੈਦ ਤੇ 2-2000 ਰੁਪਏ ਜੁਰਮਾਨਾ, ਇਹ ਉਹਨਾਂ ਨੂੰ ਕਰਕੇ ਭੇਜ ਦਿੱਤਾ ਗਿਆ ਵਾਪਸ। ਤੇ ਇੱਕ ਉਹ ਸਕਰਾਉਣ ਵਾਲਾ ਜਿਹੜੇ ਉਹ ਸੀਗਾ ਮੀਡੀਆ ਪਲੇਟਫਾਰਮ ਵਾਲਾ, ਉਹਨੇ ਵੀ ਅਜੇ ਦੇਖਣਾ, ਲੱਗਦਾ ਇਹੀ ਹੈ ਕਿ ਵਕੀਲ ਉਹਨੇ ਵੀ ਨਹੀਂ ਕੀਤਾ। ਤੇ ਉੱਥੇ ਰਾਜਵਿੰਦਰ ਬੈਂਸ ਹੋਣੀ ਹਾਜ਼ਰ ਸੀ। ਰਾਜਵਿੰਦਰ ਬੈਂਸ ਹੋਣਾ ਦਾ ਇਹਨਾਂ ਨਾਲ ਪਿਛੋਕੜ 'ਚ ਇੱਕ ਸੰਬੰਧ ਵੀ ਹੈ, ਕਿਉਂਕਿ ਇਹਨਾਂ ਦੇ ਫੰਕਸ਼ਨਾਂ 'ਚ, ਇਹਨਾਂ ਦੇ ਬਾਕੀ ਜਗ੍ਹਾ 'ਚ ਉਹਨਾਂ ਤੋਂ ਪ੍ਰਜਾਈਡ ਵੀ ਕਰਾਉਂਦੇ ਰਹੇ ਨੇ, ਜਿਹੜਾ ਮੈਂ ਪੰਜਾਬੀ ਮੰਚ ਇਹਨਾਂ ਨੇ ਬਣਾਇਆ ਹੋਇਆ ਸੀ ਵੱਖ-ਵੱਖ ਮਾਮਲਿਆਂ 'ਚ। ਔਰ ਉਹਨਾਂ ਦਾ ਵੀ ਕਹਿਣਾ ਵੀ ਨਾ ਉਹਨਾਂ ਨੇ ਸਲਾਹ ਕਦੇ ਇਦੋਂ ਪਹਿਲੇ 4 ਦਿਨ 'ਚ 3 ਦਿਨ 'ਚ ਕੀਤੀ, ਤੇ ਨਾ ਅੱਜ ਮੈਨੂੰ ਕਿਹਾ ਵੀ ਤੁਸੀਂ ਮੇਰੇ ਵਕੀਲ ਦੇ ਤੌਰ ਤੇ ਹੀ ਕੁਝ ਕਰ ਲਓ। ਆਪ ਹੀ ਆਪਣਾ ਕੇਸ ਮਤਲਬ ਪਲੀ ਉਸ ਲੈਵਲ ਦੀ ਲੈਣ ਲੱਗੇ ਗੱਲ ਹੈ, ਤੇ ਉਹਦੇ ਚੋਂ ਖਤਾ ਖਾ ਗਏ ਨੇ। ਮਤਲਬ ਮੰਨਣਾ ਉਹਨਾਂ ਦਾ ਇਹ ਹੈ, ਉਹਨਾਂ ਦੀ ਦਲੀਲ ਸੀ ਕਿ ਪ੍ਰਸਾਦ ਭੂਸ਼ਣ ਵਰਗੇ ਵੀ ਜਿਹੜੇ ਵੀ ਬੰਦੇ ਵੱਡੇ ਵੱਡੇ ਵਕੀਲਾਂ ਦਾ ਵੀ ਕਦੇ ਆਉਂਦਾ ਹੈ, ਜਸਟਿਸ ਕਰਨਨ ਵਰਗੇ ਤੇ ਜਿਹੜੇ ਸੁਪਰੀਮ ਕੋਰਟ ਦਾ ਜੱਜ ਸੀ, ਉਹਨਾਂ ਦੇ ਲਈ ਵੀ ਵਕੀਲ ਪੇਸ਼ ਹੁੰਦੇ ਰਹੇ। ਔਰ ਜੇ ਉਹ ਕਰਦੇ ਤਾਂ ਉਹਨਾਂ ਨੂੰ ਲੱਗਦਾ ਸੀ ਸਟ੍ਰੈਟਜੀ ਹੋਰ ਬਣ ਸਕਦੀ ਸੀ। ਸਟ੍ਰੈਟਜੀ ਜੇ ਬੈਂਸੋੜੀ ਕਹਿੰਦੇ ਉਹ ਪੇਸ਼ ਹੁੰਦੇ ਤਾਂ ਉਹਨਾਂ ਨੇ ਬਣਾਉਣ ਦਾ ਮਤਲਬ ਇਹ ਸੀਗਾ ਕਿ ਪਹਿਲਾਂ ਉਹ ਜੱਜ ਨਾ ਸੁਣਨ, ਇਹੋ ਜਿਹੀ ਕੋਈ ਲਿਖਤੀ ਸਟੇਟਮੈਂਟ ਦੇਣੀ ਚਾਹੀਦੀ ਸੀ ਕੋਰਟ ਦੇ ਵਿੱਚ ਕਿ ਜਿਨ੍ਹਾਂ ਨਾਲ ਡਾਇਰੈਕਟ ਡੈਫਾਮੇਸ਼ਨ ਦਾ ਜਾਂ ਕੰਟੈਂਪਟ ਦੀ ਗੱਲ ਚੱਲ ਰਹੀ ਹੈ, ਸੇਮ ਹੀ ਡਿਸਾਈਡ ਕਰਨ ਇਹ ਮੋਰਲੀ ਐਥੀਕਲੀ ਨਹੀਂ ਠੀਕ ਲੱਗਦਾ ਤੇ ਕਿਤੇ ਹੋਰ ਸ਼ਿਫਟ ਕਰ ਦਿਓ। ਨਾਰਮਲੀ ਹਾਈ ਕੋਰਟ ਕਰ ਦਿੰਦੀ ਹੈ, ਚੀਫ ਜਸਟਿਸ ਨੇ ਕਰਨਾ ਸੀ, ਕਈ ਜੱਜ ਰੀਕਿਊਜ਼ ਕਰ ਜਾਂਦੇ ਨੇ ਮੇਰਾ ਕੋਈ ਸੰਬੰਧ ਹੈ, ਪਰ ਉਹ ਨਹੀਂ ਹੋਇਆ। ਔਰ ਜਿਹੜਾ ਸੱਦਾ ਉਹਨਾਂ ਨੇ ਦਿੱਤਾ ਸੀ ਦੂਜਾ ਇੱਥੇ ਅੰਬ ਸਾਹਿਬ ਬੰਦਿਆਂ ਨੂੰ ਵੀ ਵੱਡੀ ਗਿਣਤੀ 'ਚ ਪਹੁੰਚੋ, ਕੁਝ ਬੰਦੇ ਆਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਔਰ ਬੰਦਿਆਂ ਨੇ ਉੱਥੇ ਹੀ ਦਰੀਆਂ ਵਿਛਾ ਕੇ ਕੁਛ ਮੀਟਿੰਗ ਕੀਤੀ। 2 ਘੰਟੇ ਲਗਭਗ ਇੱਕ ਗੱਲਬਾਤ ਚੱਲਦੀ ਰਹੀ ਤੇ ਥਰੂ ਏਡੀਸੀ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਸਾਨੂੰ ਟਾਈਮ ਦਿੱਤਾ ਜਾਏ ਤਾਂ ਕਿ ਅਸੀਂ ਆਪਣੀ ਗੱਲ ਤੁਹਾਡੇ ਨਾਲ ਕਰ ਸਕੀਏ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਇਹ ਜਿਹੜਾ ਮਾਮਲਾ ਹੈ, ਔਰ ਮੈਨੂੰ ਲੱਗਦਾ ਹੈ 2 ਹੀ ਜਿਹੜੇ ਮਾਮਲੇ ਨੇ, ਚਾਹੇ ਉਹ ਅਮਰਤਪਾਲ ਦਾ ਮਾਮਲਾ ਚਾਹੇ ਬਲਵਿੰਦਰ ਸੇਖੋਂ ਦਾ, ਕਈ ਵਾਰ ਢੰਗ ਤਰੀਕੇ ਤੁਹਾਡੇ ਬਿਹਤਰ ਏਮ ਨੂੰ, ਨਿਸ਼ਾਨੇ ਨੂੰ ਡਿਸਟੋਰਟ ਕਰ ਜਾਂਦੇ ਨੇ, ਉੱਥੇ ਤੱਕ ਗੱਲ ਨਹੀਂ ਪਹੁੰਚਦੀ, ਢੰਗ ਤਰੀਕਿਆਂ ਦੇ ਇਰਦ ਗਿਰਦ ਘੁੰਮ ਜਾਂਦੀ ਹੈ। ਚਾਹੇ ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਔਰ ਉਹ ਜੇ ਲਿਫਾਫੇ ਖੋਲਣੇ ਬੜਾ ਵੱਡਾ ਇਸ਼ੂ ਹੈ, ਪਰ ਉਹ ਢੰਗ ਤਰੀਕਾ ਨਾ ਅਪਣਾਉਣਾ ਜਾਂ ਆਪਣੀ ਹੀ ਸਿਆਣਪ ਦੇ ਵਿੱਚ ਇਰਦ ਗਿਰਦ ਹੋ ਜਾਣਾ, ਬੋਲਬਾਣੀ ਦੇ ਤੌਰ ਤੇ ਕਿਵੇਂ ਪੇਸ਼ਕਾਰੀ ਕਰਨੀ ਹੈ, ਉਹ ਉਲਝ ਕੇ ਰਹਿ ਜਾਂਦਾ। ਉਹ ਮੇਨ ਮੁੱਦਾ ਕਈ ਵਾਰ ਸਾਈਡ ਟਰੈਕ ਕਰ ਜਾਂਦਾ। ਉੱਥੇ ਵੀ ਤੁਸੀਂ ਬੇਇਨਸਾਫੀ ਕਹਿੰਦੇ ਹੋ ਕਿ ਗਲਤ FIR ਹੋਈ, ਪਰ ਜਿਹੜੇ ਤਰੀਕੇ ਨਾਲ ਗਏ ਤੁਸੀਂ, ਮੈਨੂੰ ਲੱਗਦਾ ਉਹ ਤਰੀਕਾ ਉਲਟਾ ਪੈਂਦਾ ਨਜ਼ਰ ਆ ਰਿਹਾ। ਉਹ ਸਾਰੇ ਮਾਮਲੇ 'ਚ ਧਰਨਾ ਦੇਣਾ ਤਾਂ ਬਾਹਰ ਬੈਠ ਕੇ ਦੇਣਾ ਪੈਂਦਾ ਹੈ, ਕਾਫੀ ਦੂਰ ਬੈਠ ਜਾਓ, ਧਰਨਾ ਦਿਓ, ਉੱਥੇ ਜਾਪ ਕਰੋ, ਜੋ ਮਰਜ਼ੀ ਕਰੋ। ਇਸੇ 'ਚੋਂ ਦੇਖਣਾ ਜਿਹੜਾ ਐਂਡਸ ਤੇ ਮੀਨਸ ਦਾ ਕੁਐਸਚਨ ਹੁੰਦਾ, ਉਦੇਸ਼ ਤੇ ਸਾਧਨਾ ਦਾ ਕਿਹਾ ਇਹ ਜਾਂਦਾ ਕਿ ਜੇ ਉਸ ਉਦੇਸ਼ ਬਹੁਤ ਵਧੀਆ ਹੋਵੇ, ਪਵਿੱਤਰ ਹੋਵੇ, ਤਾਂ ਉਹਦੇ ਲਈ ਮੈਥਡ ਵੀ ਚੰਗੇ ਵਰਤਣੇ ਚਾਹੀਦੇ ਪੈਂਦੇ ਨੇ ਤਾਂ ਕਿ ਸੋਸਾਇਟੀ ਵੀ ਰਿਕੋਗਨਾਈਜ਼ ਕਰੇ ਤੇ ਬਾਕੀ ਲੋਕ ਵੀ ਇਹ ਮਹਿਸੂਸ ਕਰਨ ਕਿ ਵਾਕਈ ਧੱਕਾ ਹੋ ਰਿਹਾ ਔਰ ਧੱਕੇ ਦਾ ਅਸਰ ਮੋਰਲੀ ਵੀ ਪਵੇ ਸਾਹਮਣੇ ਵਾਲੇ ਤੇ ਕਾਨੂੰਨੀ ਤੌਰ ਤੇ ਵੀ ਪਵੇ। ਜੀ, ਤੁਸੀਂ ਠੀਕ ਕਹਿ ਰਹੇ ਹੋ ਕਿ ਅਜਨਾਲੇ 'ਚ ਇੱਕ ਛੋਟੇ ਕੇਸ ਨੂੰ, ਜਿਵੇਂ ਕੱਲ ਸਰਦਾਰ ਜਗਤਾਰ ਸਿੰਘ ਹੋਰਾਂ ਵੀ ਕਿਹਾ ਸੀਗਾ ਕਿ ਜੇ ਤੁਸੀਂ ਬਹੁਤ ਵੱਡੇ ਦਾਈਏ ਮਿੱਥੇ ਹੋਣ ਤੇ ਛੋਟੇ-ਛੋਟੇ ਮਾਮਲਿਆਂ 'ਚ ਤਿੜਕ ਨਹੀਂ ਜਾਣਾ ਚਾਹੀਦਾ। ਇੱਕ ਛੋਟੇ ਕੇਸ ਨੂੰ ਖਤਮ ਕਰਾਉਣ ਲਈ ਇੱਕ ਬਹੁਤ ਵੱਡੇ ਕੇਸ ਵਿੱਚ ਉਲਝ ਜਾਣਾ, ਇਹਨੂੰ ਵੀ ਸਿਆਣਪ ਨਹੀਂ ਮੰਨਿਆ ਜਾਂਦਾ। ਜੇ ਇੰਜ ਹੋਵੇ ਤਾਂ